ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਬੜੇ ਹੀ ਪਾਵਨ ਪਵਿੱਤਰ ਨਾਮ ਵਿੱਚ ਸਾਡੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਔਰ ਸਾਰਿਆਂ ਨੂੰ ਸਲਾਮ। ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇਵੇ। ਅਸੀਂ ਸਰਵਸ਼ਕਤੀਮਾਨ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਨੇ ਸਾਨੂੰ ਇੱਕ ਵਾਰ ਫਿਰ ਸਮਾਂ ਦਿੱਤਾ ਕਿ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ, ਪਰਮੇਸ਼ਰ ਦਾ ਹੋਲੀ ਵਚਨ ਸਿੱਖੀਏ। ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਗੱਲਬਾਤ ਕਰਾਂਗੇ ਪ੍ਰਾਰਥਨਾ ਦੇ ਬਾਰੇ। ਪ੍ਰਾਰਥਨਾ ਕਿਵੇਂ ਕਰੀਏ, ਪ੍ਰਾਰਥਨਾ ਕਿਵੇਂ ਕਰੀਏ। ਔਰ ਅੱਜ ਅਸੀਂ ਜਾਣਨਾ ਕਿ ਸਰਵਸ਼ਕਤੀਮਾਨ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਪ੍ਰਾਰਥਨਾ ਕਰਨ ਦੇ ਬਾਰੇ। ਜਦੋਂ ਸਹੀ ਤਰੀਕੇ ਦੇ ਨਾਲ ਪ੍ਰਾਰਥਨਾ ਕੀਤੀ ਜਾਵੇਗੀ ਤੇ ਉਹ ਪ੍ਰਾਰਥਨਾ ਫਿਰ ਉੱਤਰ ਲੈ ਕੇ ਆਵੇਗੀ। ਜਿਵੇਂ ਭਜਨ ਗਾਉਂਦੇ ਹਾਂ ਆਪਾਂ ਜ਼ਬੂਰਾਂ ਦੇ ਵਿੱਚੋਂ, ਵਿੱਚ ਤੇਰੇ ਹਜ਼ੂਰ ਮੇਰੀ ਦੁਆ ਪਹੁੰਚੇ। ਪਾਪ ਪਹੁੰਚੇਗੀ ਤਾਂ ਜੇ ਸਹੀ ਤਰੀਕੇ ਨਾਲ ਕੀਤੀ ਹੋਊਗੀ। ਜੇ ਦੁਆਈ ਪੁੱਠੀ ਕੀਤੀ ਹੋਊਗੀ ਤੇ ਉਹ ਪਹੁੰਚੇਗੀ? ਉਹ ਨਹੀਂ ਪਹੁੰਚੇਗੀ, ਹੈ ਨਾ। ਉਹਦੇ ਹਜ਼ੂਰ ਤੱਕ ਪ੍ਰਾਰਥਨਾ ਜਿਹੜੀ ਹੈ ਉਹ ਉਹੀ ਪਹੁੰਚੇਗੀ ਜਿਹੜੀ ਦਿਲ ਦੇ ਨਾਲ, ਰੂਹ ਨਾਲ, ਅੰਦਰੋਂ ਜਿਹੜੀ ਪ੍ਰਾਰਥਨਾ ਕੀਤੀ ਹੋਊਗੀ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਕੀਤੀ ਹੋਊਗੀ। ਜਿੱਦਾਂ ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਪ੍ਰਾਰਥਨਾ ਕਰੋ। ਜੇ ਆਪਣੀ ਮਰਜ਼ੀ ਨਾਲ ਕੀਤੀ, ਆਪਣਾ ਦਿਲ ਖੁਸ਼ ਕਰਨ ਦੇ ਲਈ, ਤੇ ਉਹ ਪ੍ਰਾਰਥਨਾ ਨੇ ਫਿਰ ਉੱਤਰ ਲੈ ਕੇ ਨਹੀਂ ਆਉਣਾ। ਉਸ ਪ੍ਰਾਰਥਨਾ ਨੇ ਉੱਤਰ ਲੈ ਕੇ ਨਹੀਂ ਆਉਣਾ। ਪ੍ਰਾਰਥਨਾ ਢੰਗ ਦੇ ਨਾਲ ਹੋਣੀ ਚਾਹੀਦੀ ਹੈ, ਤਰੀਕੇ ਨਾਲ ਹੋਣੀ ਚਾਹੀਦੀ। ਕੰਮ ਕੋਈ ਵੀ ਹੋਵੇ, ਜੇ ਉਹ ਢੰਗ ਨਾਲ ਕਰਾਂਗੇ ਤੇ ਵਧੀਆ ਹੋ ਜਾਊਗਾ, ਤੇ ਜੇ ਬੇਢੰਗਾ ਕਰਾਂਗੇ ਤਾਂ ਫਿਰ ਤਰੀਕੇ ਨਾਲ ਹੁੰਦਾ ਨਹੀਂ। ਕਹਾਵਤਾਂ ਦੇ ਵਿੱਚ ਲਿਖਿਆ, ਕਹਿੰਦਾ ਜਦੋਂ ਕੁਹਾੜੇ ਨੂੰ ਜੰਗਾਲ ਲੱਗਾ ਹੋਵੇ ਤੇ ਜ਼ੋਰ ਬਹੁਤਾ ਲਾਉਣਾ ਪੈਂਦਾ ਲੱਕੜ ਵੱਢਣ ਦੇ ਵਿੱਚ। ਕਹਾਵਤਾਂ 'ਚ ਰੱਬ ਦਾ ਪ੍ਰੇਮੀ ਸੁਲੇਮਾਨ ਲਿਖਦਾ, ਜਦੋਂ ਕੁਹਾੜੇ ਨੂੰ ਜੰਗਾਲ ਲੱਗਾ ਹੋਵੇ ਤੇ ਫਿਰ ਜ਼ੋਰ, ਸਾਰੇ ਬੋਲੋ, ਫਿਰ ਗੱਲ ਬਣਦੀ ਥੋੜ੍ਹੇ ਨਾਲ। ਫਿਰ ਬੰਦਾ ਜ਼ੋਰ ਲਾਉਂਦਾ ਪਰ ਲੱਕੜੀ ਘੱਟ ਵੱਢ ਹੁੰਦੀ, ਜ਼ੋਰ ਜ਼ਿਆਦਾ ਲੱਗਦਾ। ਐਦਾਂ ਹੀ ਆ, ਜੇ ਸਾਡੇ ਦੁਆ ਦਾ ਤਰੀਕਾ ਸਹੀ ਨਹੀਂ ਤਾਂ ਜ਼ੋਰ ਅਸੀਂ ਭਾਵੇਂ ਜਿੰਨਾ ਮਰਜ਼ੀ ਲਾਈਏ, ਉਹਦੇ ਹਜ਼ੂਰ ਤੱਕ ਪ੍ਰਾਰਥਨਾ ਪਹੁੰਚਣੀ ਫਿਰ ਨਹੀਂ ਪਹੁੰਚਣੀ। ਤੇ ਕਹਾਵਤਾਂ 'ਚ ਲਿਖਿਆ, ਜੇ ਕਹਿੰਦਾ ਕੁਹਾੜਾ ਤਿੱਖਾ ਹੋਵੇ ਤੇ ਕੰਮ ਜ਼ਿਆਦਾ ਹੁੰਦਾ ਤੇ ਜ਼ੋਰ ਥੋੜ੍ਹਾ ਲੱਗਦਾ। ਕੰਮ ਜ਼ਿਆਦਾ ਤੇ ਜ਼ੋਰ ਥੋੜ੍ਹਾ ਲੱਗਦਾ। ਹੁਣ ਪ੍ਰਾਰਥਨਾ ਰੂਪੀ ਕੁਹਾੜੇ ਕਿੱਦਾਂ ਦੇ ਆ? ਤਿੱਖੇ ਆ ਕਿ ਖੁੰਡੇ ਆ? ਸਾਰੇ ਬੋਲੋ। ਕਿੰਨਿਆਂ ਨੇ ਆਪਣੇ ਜ਼ਿੰਦਗੀਆਂ ਪ੍ਰਾਰਥਨਾ ਲਈ ਤਿਆਰ ਤਿੱਖੀਆਂ ਬਣਾ ਕੇ ਰੱਖੀਆਂ? ਹਾਲੇਲੂਇਆ। ਜਿਹੜਾ ਕੁਹਾੜਾ ਰੋਜ਼ ਚੱਲਦਾ ਲੱਕੜ ਦੇ ਉੱਤੇ, ਉਹਨੂੰ ਜੰਗਾਲ ਵੀ ਲੱਗਦਾ, ਤੇ ਜਿਹੜਾ ਕਦੀ ਕਦੀ ਚੱਲਦਾ ਉਹਨੂੰ ਜੰਗਾਲ ਲੱਗ ਜਾਂਦਾ। ਤੇ ਜੇ ਜੰਗਾਲ ਲੱਗ ਜਾਏ ਫਿਰ ਉਹ ਕੰਮ ਕਰਦਾ ਉੱਦਾਂ ਦਾ। ਤੇ ਜਿਹੜੇ ਕਦੀ ਕਦੀ ਦੁਆ ਕਰਦੇ ਆ, ਜਿਹੜੇ ਦੁਆ ਕਦੀ ਕਦੀ ਕਰਦੇ ਆ, ਜਦੋਂ ਦੁੱਖ ਆ ਗਿਆ ਬਹਿ ਗਏ, ਜਦੋਂ ਵਧੀਆ ਹੋ ਗਏ ਫਿਰ ਚੇਤਾ ਭੁੱਲ ਗਿਆ। ਹੁਣ ਜ਼ਿੰਦਗੀਆਂ ਨੂੰ ਵੀ ਜੰਗਾਲ ਲੱਗਾ ਹੋਇਆ। ਫਿਰ ਜੋ ਪਰੇਸ਼ਾਨੀ ਆਉਂਦੀ ਹੈ ਫਿਰ ਬਹੁਤਾ ਜ਼ੋਰ ਲਾਉਣਾ ਪੈਂਦਾ, ਫਿਰ ਸਾਨੂੰ ਵੀ ਜ਼ਿਆਦਾ ਲਾਉਣਾ ਪੈਂਦਾ ਉਹਨਾਂ ਕਰਕੇ। ਫਿਰ ਕਹਿੰਦੇ ਪਾਸਟਰ ਜੀ 5-7 ਵਰਤ ਰੱਖੋ ਸਾਡੇ ਲਈ। ਕਿੰਨੇ ਰੱਖੋ ਭਾਈ? ਜੇ ਤੁਸੀਂ ਤਿੱਖੇ ਹੋਵੋ ਤੇ 5-7 ਵਰਤਾਂ ਦੀ ਤਾਂ ਲੋੜ ਹੀ ਨਹੀਂ, ਹੈ ਨਾ। ਫਿਰ ਤਾਂ ਛੋਟੀ ਜਿਹੀ ਦੁਆ ਹੀ ਉਹਦੇ ਤੱਕ ਕੀ ਹੋ ਜੂਗੀ ਪਹੁੰਚ। ਨੀਨਵਾ ਦੇ ਲੋਕ ਜਿੱਥੇ ਯੂਨਾਨ ਨਬੀ ਨੂੰ ਭੇਜਿਆ,
बड़ा पाप करते सी, कदी परमेश्वर अगे प्रार्थना, कदी परमेश्वर की बंदगी करते नहीं सी। प्रभु ने अपने नबी नूं भेजिया, नबी ने कहा जाके उत्थे, कहंदा हे नीनवा दे लोको, तुहाडी बुराई परमेश्वर तक पहुँच गई है, परमेश्वर के हजूर उपड़ गई है तुहाडी बुराई, तो होर 40 दिनों तक तुहाडा शहर जिहड़ा परमेश्वर की कर देगा, नाश कर देगा। फिर वो की कीता उन्होंने, अपने बचाव लिए हथियार नहीं बनाए, अपने बचाव लिए उन्होंने अपने कोठे मजबूत नहीं किए भी आकाशा तो अग वरनी आ तो अपना घर इदां दे बना लीए भी अग का असर ना हो, इदां नहीं किया उन्होंने। उन्होंने की किया, परमेश्वर के अगे गोडे टेक ले, अपने वस्त्र फाड़ ले, सुआह विच बैठ के तप्पड़ पा के बह गए और परमेश्वर अगे रात दिन दुआवां करनियां शुरू कर दित्तियां। जो दुआ शुरू की, राजे ने हुक्का दवाया, कहंदा सारे की पशु की मनुख की बच्चे की बुढ़े सब टाट पहन के तप्पड़ विछा के परमेश्वर अगे तरले करो, उन्ने दिन ना कोई खावे ते ना कुछ पीवे, शायद परमेश्वर साडे पाप की कर दे, माफ़ कर दे। 40 दिन उन्होंने प्रार्थना की ते परमेश्वर ने 40वें दिन की भेजना सी आकाशां तो, 40वें दिन आकाशां तो अग आनी सी ते नीनवा शहर नूं की कर जाना सीगा, नाश कर देना सी। पर पवित्र बाइबल कहती है, परमेश्वर का कलाम कहता है, परमेश्वर की बाणी कहती है, जदों उन्होंने प्रार्थना शुरू कर दी, फिर जिद्दां उन्हां दी बुराई परमेश्वर के हजूर पहुंची सी, उदां ही उन्हां दी दुआ भी परमेश्वर के हजूर पहुंच गई। फिर जो दुआ पहुंच गई तो बुराई परमेश्वर ने की कर दी, उन्हां दी माफ़ कर दी, उन्हां दे पाप की कर दिते, माफ़ कर दिते। प्रभु ने उन्होंने नाश नहीं किया, प्रभु ने की नहीं किया, उन्होंने नाश। हुण ध्यान देना, इत्थे जे 15-20 मिनट वध लगते हैं तो सुनना जरूर। दुआ जदों ढंग सिर होवेगी, प्रार्थना जदों ढंग सिर होवेगी, जदों बेनतियां अरदासां ढंग सिर परमेश्वर अगे कीतियां जाणगियां ते साडियां प्रार्थनावां उत्तर लैके आउणगियां। एक भजन भी गाउंदे आ ना, बिनती प्रार्थना ऊपर जाती है, उत्तर लेकर नीचे आती है। मतलब जिहड़ी बेनती प्रार्थना वो कित्थे जांदी है, की लैके आउंदी है, उत्तर लैके आउंदी है, जवाब लैके आउंदी है, मसलियां दा हल लैके आउंदी है, परेशानियां दा हल लैके आउंदी है दुआ। पर प्रार्थना होनी किद्दां दी चाहिदी है, किद्दां दी होनी चाहिदी है जी? अपनी मर्जी नाल, अपनी अकल नाल कीती हुई। हो सकता साडे लफ्ज़ बहुत सुंदर होण, साडे मूँह दे लफाज बहुत मिठे होण, हो सकता साडे जीव इन्नी ज़्यादा मिठी होवे, दूजे कहने की दुआ विच बहुत ज़्यादा असर है ना, पर वो दुआ फिर भी उत्तर लैके ना आवे। दुआ साडी अपनी मर्जी नाल नहीं, जिहड़ी प्रार्थना बेनती है वो परमेश्वर दे वचन दे अनुसार होनी चाहिए। सारे बोलो किद्दां होनी चाहिए है? परमेश्वर दे वचन दे अनुसार। थोड़ा समा ध्यान दईए, पढ़िए परमेश्वर की बाणी चो मती दी अंजील। मेरे नाल पवित्र बाइबल नूं खोलो, मती दी अंजील 6 अध्याय, उसका 5 वचन पढ़ना और ध्यान नाल सुनना। प्रभु जी की बाणी च की लिखिया? अते जा तुसी प्रार्थना करो
तुसी किद्दां ना करो जी। हुण कपटी कौन है? दिखावा करने वाले, जिहड़े अपने आप नूं धर्मी होने का दावा करते पर धर्मी है, दिखावा करते ज़्यादा पर अंदरों हैगे नहीं। जदों प्रभु कहता तुसी प्रार्थना करो, जदों बेनती करो परमेश्वर के अगे, तो किद्दां करो? कपटियां वांगू? कपटियां वांगू ना करो। जदों बेनती करो तो कपटियां वांगू, पहली कंडीशन है प्रार्थना दी दिखावे वाली प्रार्थना। कपटियां वांगू दिखावा ना करो, ढोंग ना करो। ढोंग करना समझते ना, अपने आप को शो करना, दसना। उस समय के यहूदी फरीसी लोग सीगे, ਜਿਹੜੇ उस समय के धार्मिक आगू सीगे, ते पवित्र बाइबल च यीशु मसीह ने 7 वार उन्होंने कहा, फरीसीओ तुहाडे उत्ते हाय हाय, हे फरीसी ग्रंथियो तुहाडे उत्ते हाय हाय। उस समय के ਜਿਹੜੇ फरीसी लोग सीगे, उन्होंने 7 वार प्रभु यीशु मसीह ने की कहा, तुहाडे उत्ते। क्यों कहा हाय हाय? सीगे तो धर्मी, बड़े सोहने रंग का चोला पाउंदे सीगे, बड़े सज के बहंदे सीगे, वड्डियां वड्डियां कुर्सियां दे उत्ते विराजमान हुंदे सीगे, दुनिया दूरों उन्होंने सलाम करती सीगी। पर प्रभु ने उन्होंने की कर दिता? तुहाडे उत्ते हाय हाय। ये तुसी वचन जिहड़ा ना, ये मैं तुहानूं समझ लो जिदा स्कूल च होमवर्क मिलता, होमवर्क ही समझ लियो। तुसी मत्ती दी इंजील 23 अध्याय पूरा अध्याय पढ़ना जाके। 7 वार प्रभु यीशु मसीह ने की कीता उत्थे फरीसियां दे उत्ते कीती। उन्हां दीयां कमियां भी लिखियां। किहड़ियां कमियां सी? कहंदा तुसी मच्छर तां पुण लैंदे आ, पर ऊठ की कर जांदे आ, निगल जांदे। एक बंदे नूं अपने पंथ विच लियाउण लई जल थल एक कर दिंदे आ, पर जदों तुहाडे विच आ जांदा अपने नालों भी दूना उहनूं नरक दा की कर दिंदे, भागी बना दिंदे आ। कहंदा हे फरीसियो तुसी उन्हां कबरां वर्गों आ जिन्हां ते कली फेरी हुई है, बाहरों तां सोहणियां पर अंदरों की है गलियां ते सड़ियां है। तुहाडे ते हाय हाय। प्रभु ने ये जिन्हां ते हाय हाय बोली, प्रभु ने पहली कंडीशन रखी, जदों तुसी प्रार्थना करो तो तुसी उन्हां वांगों, उन्हां फरीसियां वांगों दिखावा कपटियां वांगों ना करो। अगली गल पढ़ो, बच्चों नूं कंट्रोल करो। हाँ, वो जिहड़े कपटी आ, वो किद्दां करनी प्रार्थना पसंद करते आ? समाजां च वड्डियां भीड़ां विच, चौंकां विच, और दिखावे लई, दूजिआं नूं दिखाउण लई प्रार्थना करनी पसंद करते हैं। आप भावें परमेश्वर नाल कदी नाता जोड़ के कल्ले बैठे होण चाहे ना होण, पर लोकां विच बहुत दसना कि मेरे जिन्नी कोई प्रार्थना करदा नहीं है। कहंदा उन्हां वांगू ना करो। अगली गल, वो इसलिए समाजां विच चौंकां विच प्रार्थना करते आ भी लोग उन्हां नूं की करन, वेखण। हाँ जी, प्रभु यीशु मसीह कहंदा मैं तुहानूं सच कहंदा आ, वो लोग की कर चुके जी, अपना फल पा चुके। दा मतलब मेरे तो नहीं मिलना। वो दुनिया विच अपनी टोर बना ली उन्होंने, जिहड़ी बनाउणी सी। दुनिया विच वैजा वैजा करा ली, दुनिया विच उन्होंने खट्टी खट लई जिहड़ी खट्टनी सीगी, पर मेरे कोलों उन्हां नूं कुछ भी मिलेगा नहीं। अगली गल, हाँ जी, पहली गल प्रभु ने कहा कपटियां वांगू नहीं करनी। वो समाजां विच, चौंकां विच, भीड़ां विच, रस्तियां विच प्रार्थना करनी पसंद करते आ, उन्हां वांगू नहीं करनी। दूजे नंबर ते
ਜਦੋਂ ਤੂੰ ਪ੍ਰਾਰਥਨਾ ਕਰੇ ਤਾਂ ਕਿੱਦਾਂ ਕਰੇ? ਹਾਂਜੀ, ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ। ਹਾਂ, ਪ੍ਰਭੂ ਦੀ ਬਾਣੀ 'ਚ ਕੀ ਲਿਖਿਆ? ਜਦੋਂ ਤੂੰ ਪ੍ਰਾਰਥਨਾ ਕਰੇ ਤਾਂ ਕਿੱਥੇ ਵੜ ਜਾ? ਆਪਣੇ ਕਮਰੇ ਵਿੱਚ, ਆਪਣੀ ਕੋਠੜੀ ਵਿੱਚ, ਜਿਹੜੇ ਘਰ ਦਾ ਤੇਰਾ ਕਮਰਾ ਆ ਉਹਦੇ ਵਿੱਚ ਵੜ ਜਾ ਤੇ ਆਪਣਾ ਘਰ ਦਾ ਦਰਵਾਜ਼ਾ ਕੀ ਕਰ ਲੈ? ਬੰਦ ਕਰ ਲੈ। ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਔਰ ਫਿਰ ਤੂੰ ਕੀ ਕਰ? ਪ੍ਰਾਰਥਨਾ ਕਰ। ਅੱਗੇ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਤੈਨੂੰ ਵੇਖਦਾ ਹੈ ਤੈਨੂੰ ਫਲ ਦੇਵੇਗਾ। ਉਹ ਤੈਨੂੰ ਕੀ ਦਊਗਾ? ਫਲ ਦਊਗਾ। ਦਿਖਾਵੇ ਲਈ ਨਹੀਂ ਕਰਨੀ, ਲੋਕਾਂ ਦੀਆਂ ਭੀੜਾਂ ਵਿੱਚ ਨਹੀਂ ਦਿਖਾਉਣਾ ਕਿ ਮੈਂ ਬਹੁਤ ਪ੍ਰਾਰਥਨਾ ਕਰਦਾ। ਤੂੰ ਇਕੱਲਾ ਬਹਿ ਕੇ ਪ੍ਰਾਰਥਨਾ ਕਰ, ਪਰਮੇਸ਼ਰ ਦੀ ਹਜ਼ੂਰੀ ਵਿੱਚ ਬਹਿ ਕੇ ਪ੍ਰਾਰਥਨਾ ਕਰ। ਤੂੰ ਇਕੱਲਾ ਆਪਣਾ ਨਾਤਾ ਪਰਮੇਸ਼ਰ ਨਾਲ ਜੋੜ, ਆਪਣਾ ਬੂਹਾ ਭੇੜ ਤੇ ਪ੍ਰਾਰਥਨਾ ਕਰ। ਜਿਹੜਾ ਪਿਤਾ ਤੈਨੂੰ, ਤੇਰਾ ਪਰਮੇਸ਼ਰ ਤੈਨੂੰ ਗੁਪਤ ਵਿੱਚ ਵੇਖਦਾ ਆ, ਉਹ ਤੈਨੂੰ ਕੀ ਦਊਗਾ? ਫਲ ਦੇਵੇਗਾ। ਅੱਗੇ, ਅਤੇ ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗ ਬਕ-ਬਕ ਨਾ ਕਰੋ। ਤੁਸੀਂ ਪ੍ਰਾਰਥਨਾ ਕਰਦੇ ਹੋਏ ਪਰਾਈਆਂ ਕੌਮਾਂ ਦੇ ਲੋਕਾਂ ਵਾਂਗ, ਜਿੱਦੇ ਦੂਸਰੇ ਲੋਕ ਕਰਦੇ ਉੱਦਾਂ ਨਾ ਕਰੋ। ਦੂਜੇ ਲੋਕਾਂ ਵਾਂਗ ਨਹੀਂ ਪ੍ਰਾਰਥਨਾ ਕਰਨੀ। ਕਲਾਮ 'ਚ ਲਿਖਿਆ ਤੁਸੀਂ ਬੱਕ ਬੱਕ ਕਰਕੇ ਪ੍ਰਾਰਥਨਾ। ਪਰ ਅੱਜ ਕਿੱਦਾਂ ਦੀਆਂ ਹੁੰਦੀਆਂ ਜੀ? ਅੱਜ ਦੁਆਵਾਂ ਕਿੱਦਾਂ ਦੀਆਂ ਹੁੰਦੀਆਂ ਚਰਚਾਂ 'ਚ? ਇੱਦਾਂ ਹੀ ਹੁੰਦੀਆਂ ਨੇ ਜਿੱਦਾਂ ਕਿ ਆਹ ਬਚਨ 'ਚ। ਜ਼ਿਆਦਾਤਰ ਤਾਂ ਇੱਦਾਂ ਹੀ ਹੋ ਰਹੀਆਂ ਹੈ ਨਾ। ਪਰ ਕਲਾਮ ਕਹਿੰਦਾ ਪਰਮੇਸ਼ਰ ਸ਼ਾਂਤੀ ਦਾ ਪਰਮੇਸ਼ਰ ਆ। ਕਿਹੜਾ ਪਰਮੇਸ਼ਰ ਹੈ? ਸ਼ਾਂਤੀ ਦਾ ਪਰਮੇਸ਼ਰ ਹੈ। ਬੱਕ ਬੱਕ ਕਰਕੇ ਪ੍ਰਾਰਥਨਾ ਨਾ ਕਰੋ। ਉਹ ਤੁਹਾਡੇ ਹੌਲੀ ਬੋਲਣ ਤੇ ਵੀ ਸੁਣਦਾ ਆ। ਜ਼ਰੂਰੀ ਨਹੀਂ ਤੁਸੀਂ ਚੀਕਾਂ ਮਾਰ ਮਾਰ ਕੇ ਪ੍ਰਾਰਥਨਾ ਕਰੋਗੇ। ਗਲੇ ਵੀ ਬਿਠਾ ਲਓ ਆਪਣੇ, ਫੇਰ ਹੀ ਉਹ ਤੁਹਾਡੀ ਕੀ ਕਰੇਗਾ? ਸੁਣੇਗਾ। ਉਹ ਤੁਹਾਡੇ ਹੌਲੀ ਬੋਲਣ ਦੇ ਨਾਲ ਵੀ ਤੁਹਾਡੀ ਪ੍ਰਾਰਥਨਾ ਨੂੰ ਕੀ ਕਰਦਾ ਆ? ਸੁਣਦਾ। ਪ੍ਰਭੂ ਦੇ ਵਚਨ 'ਚ ਲਿਖਿਆ ਯਸ਼ਾਇਆ ਦੇ ਵਿੱਚ, ਕਹਿੰਦਾ ਵੇਖੋ ਮੇਰਾ ਹੱਥ ਛੋਟਾ ਨਹੀਂ ਵੀ ਤੁਹਾਨੂੰ ਬਚਾਵੇ ਨਾ, ਮੇਰੇ ਕੰਨ ਭਾਰੀ ਨਹੀਂ ਵੀ ਤੁਹਾਡੀ ਨਾ ਸੁਣੇ। ਮੇਰਾ ਹੱਥ ਛੋਟਾ ਨਹੀਂ ਆ ਵੀ ਤੁਹਾਨੂੰ ਬਚਾ ਨਾ ਸਕੇ। ਕਹਿੰਦਾ ਮੈਂ ਸਮਰਥੀ ਆ ਤੁਹਾਨੂੰ ਬਚਾਉਣ ਦੇ ਲਈ। ਨਾ ਹੀ ਮੇਰੇ ਕੰਨ ਬੋਲੇ ਆ ਵੀ ਮੈਂ ਤੁਹਾਡੀ ਪ੍ਰਾਰਥਨਾ ਨਾ ਸੁਣਾ। ਤੁਹਾਡੇ ਪਾਪਾਂ ਨੇ, ਤੁਹਾਡੀਆਂ ਬੁਰਾਈਆਂ ਨੇ ਮੇਰੇ ਤੇ ਤੁਹਾਡੇ ਵਿੱਚ ਇੱਕ ਦਰਾਰ ਪਾ ਦਿੱਤੀ ਆ। ਇਸ ਕਰਕੇ ਤੁਸੀਂ ਪਰਾਈਆਂ ਕੌਮਾਂ ਵਾਂਗਰ ਕੀ ਨਾ ਕਰੋ? ਬੱਕ 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 ਕਰਕੇ ਪ੍ਰਾਰਥਨਾ ਨਾ ਕਰੋ। ਹੁਣ ਮੈਂ ਬੋਲ ਨਹੀਂ ਸਕਦਾ ਨਾ, ਮੈਂ ਉਸ ਤਰ੍ਹਾਂ ਪ੍ਰਾਰਥਨਾ ਕਰਕੇ ਨਹੀਂ ਮੈਂ ਤੁਹਾਨੂੰ ਦੱਸ ਸਕਦਾ, ਕਿਉਂਕਿ ਮੈਂ ਇਹਨੂੰ ਵੀ ਸਹੀ ਨਹੀਂ ਸਮਝਦਾ। ਪਰ ਤੁਸੀਂ ਬਹੁਤ ਵੇਖਿਆ ਹੋਊਗਾ ਪ੍ਰਾਰਥਨਾ ਕਰਨ ਦਾ, ਉਹਨਾਂ ਦਾ ਇੱਕ ਲਫ਼ਜ਼ ਵੀ ਸਮਝ ਆਉਂਦਾ ਪ੍ਰਾਰਥਨਾ ਕੀ ਕਰਦੇ ਪਏ ਆ। ਇੱਕ ਗੱਲ ਨਹੀਂ ਸਮਝ ਆਉਂਦੀ ਕਿ ਕਰਦੇ ਕੀ ਪਏ ਆ। ਮੇਰੇ ਤੋਂ ਇੱਕ ਵੀਡੀਓ ਆਈ ਸੀ, ਤੇ ਜੇ ਮੈਨੂੰ ਮਿਲੀ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਭੇਜਾਂਗਾ। ਬੜੀ ਸਪੈਸ਼ਲ ਪ੍ਰਾਰਥਨਾ ਆ। ਇਸ ਕਰਕੇ ਮੇਰੇ ਭਾਈ ਭੈਣੋ, ਪ੍ਰਭੂ ਦੀ ਬਾਣੀ ਕਹਿੰਦੀ ਹੈ, ਪ੍ਰਭੂ ਦਾ ਵਚਨ ਕਹਿੰਦਾ ਆ, ਤੁਸੀਂ ਬੱਕ ਬੱਕ ਕਰਕੇ ਪ੍ਰਾਰਥਨਾ ਨਾ ਕਰੋ। ਤੁਹਾਡੇ ਪ੍ਰਾਰਥਨਾ ਦੇ ਲਫ਼ਜ਼ ਜਿਹੜੇ ਆ ਪਰਮੇਸ਼ਰ ਨੂੰ ਸਮਝ ਆਉਣੇ। ਕਈ ਵਾਰ ਕੀ ਹੁੰਦਾ, ਪ੍ਰਾਰਥਨਾ ਕਰਦੇ ਕਰਦੇ ਇੱਕ ਲਫ਼ਜ਼ ਬੋਲਦੇ ਹਾਲੇਲੂਇਆ, ਪ੍ਰਭੂ ਤੇਰਾ ਧੰਨਵਾਦ, ਹਾਲੇਲੂਇਆ, ਪ੍ਰਭੂ ਤੂੰ ਮੇਰੀ ਪ੍ਰਾਰਥਨਾ ਸੁਣੀ, ਹਾਲੇਲੂਇਆ। ਬਾਰ ਬਾਰ ਇੱਕੋ ਸ਼ਬਦ ਨੂੰ ਕੀ ਕਰਦੇ ਰਹਿੰਦੇ? ਰਿਪੀਟ ਕਰਦੇ ਰਹਿੰਦੇ। ਕਈ ਵਾਰ ਪ੍ਰਭੂ ਪ੍ਰਭੂ ਸ਼ਬਦ ਬਾਰ ਰਿਪੀਟ ਕਰਦੇ ਰਹਿੰਦੇ ਹੈ ਨਾ। ਹੋ ਪ੍ਰਭੂ ਤੇਰਾ ਧੰਨਵਾਦ, ਪ੍ਰਭੂ ਤੇਰਾ ਧੰਨਵਾਦ, ਪ੍ਰਭੂ ਤੂੰ ਇੱਦਾਂ ਕੀਤਾ, ਪ੍ਰਭੂ ਤੂੰ ਇੱਦਾਂ ਕਰਤਾ। ਬਾਰ ਇੱਕੋ ਹੀ ਸ਼ਬਦ ਨੂੰ ਕੀ ਕਰਦੇ ਰਹਿੰਦੇ? ਆਪਾਂ ਰਿਪੀਟ ਕਰਦੇ ਰਹਿੰਦੇ। ਕਿਤੇ ਬਾਈਬਲ ਕਹਿੰਦੀ ਇੱਦਾਂ ਤੁਸੀਂ ਪ੍ਰਾਰਥਨਾ ਕਰੋ?
ਜਦੋਂ ਤੁਸੀਂ ਆਪਣੇ ਪਿਤਾ ਦੇ ਨਾਲ, ਆਪਣੇ ਭਰਾ ਦੇ ਨਾਲ, ਆਪਣੀ ਪਤਨੀ ਦੇ ਨਾਲ, ਆਪਣੇ ਪਤੀ ਦੇ ਨਾਲ ਜਾਂ ਆਪਣੀ ਮਾਂ ਦੇ ਨਾਲ ਗੱਲਬਾਤ ਕਰਦੇ ਹੋ, ਕਿੱਦਾਂ ਕਰਦੇ ਹੋ ਤੁਸੀਂ ਉਦੋਂ ਗੱਲ? ਜਿੱਦਾਂ ਪ੍ਰਾਰਥਨਾ 'ਚ ਬਹਿ ਕੇ ਕਰਦੇ ਉੱਦਾਂ ਕਰਦੇ? ਨਹੀਂ ਕਰਦੇ ਉੱਦਾਂ। ਸਾਫ਼ ਸੁਥਰੇ ਸ਼ਬਦਾਂ ਨਾਲ ਗੱਲਬਾਤ ਕਰਦੇ। ਪਿਤਾ ਜੀ, ਇਹ ਮੇਰੀ ਡਿਮਾਂਡ ਹੈ, ਮੈਨੂੰ ਇਸ ਚੀਜ਼ ਦੀ ਲੋੜ ਹੈ ਤੇ ਤੁਸੀਂ ਮੇਰੀ ਇਹ ਚੀਜ਼ ਨੂੰ ਕੀ ਕਰ ਦਿਓ, ਪੂਰਾ ਕਰ ਦਿਓ। ਇੱਦਾਂ ਹੀ ਭਰਾ ਆਪਣੇ ਬਾਪ ਅੱਗੇ ਕਹਿੰਦੇ ਆ ਨਾ, ਜਾਂ ਆਪਣੇ ਭਰਾ ਨੂੰ ਕਹਿੰਦੇ ਆ ਵੀ ਮੇਰੇ ਭਰਾ, ਮੈਨੂੰ ਇਸ ਚੀਜ਼ ਦੀ ਲੋੜ ਹੈ, ਤੂੰ ਮੈਨੂੰ ਇਹ ਚੀਜ਼ ਕੀ ਕਰ ਦੇ ਦੇ। ਤੇ ਪਰਮੇਸ਼ਰ ਅੱਗੇ ਕਿਉਂ ਬਾਰ-ਬਾਰ ਇੱਕੋ ਹੀ ਗੱਲ ਨੂੰ ਕੀ ਕਰਦੇ ਰਹਿੰਦੇ ਆਪਾਂ, ਰਿਪੀਟ? ਬਲਕਿ ਉਹ ਤਾਂ ਦਿਲਾਂ ਦਾ ਜਾਣੀ ਆ, ਦਿਲਾਂ ਦਾ ਜਾਂਚਣ ਵਾਲਾ ਪਰਮੇਸ਼ਰ ਹੈ। ਸਾਡੀ ਪ੍ਰਾਰਥਨਾ ਪਰਮੇਸ਼ਰ ਦੇ ਸਨਮੁਖ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿੱਦਾਂ ਅਸੀਂ ਇੱਕ ਪਿਤਾ ਦੇ ਨਾਲ ਗੱਲਬਾਤ ਕਰਦੇ, ਜਿੱਦਾਂ ਸਾਡੀ ਉਹ ਗੱਲਬਾਤ ਹੈ ਪਰਮੇਸ਼ਰ ਦੇ ਨਾਲ। ਅਸੀਂ ਇੱਕ ਇੱਕ ਕੰਮ ਨੂੰ ਜਦੋਂ ਧੰਨਵਾਦ ਵੀ ਕਰਦੇ ਹਾਂ, ਉਹ ਵੀ ਇੱਦਾਂ ਨਹੀਂ ਧੰਨਵਾਦ ਹੈ ਨਾ, ਇੱਦਾਂ ਨਹੀਂ ਹੋਣਾ ਚਾਹੀਦਾ। ਜੇ ਦੇਖਿਆ ਜਾਵੇ ਤਾਂ ਜਦੋਂ ਕਿਸੇ ਦਾ ਥੈਂਕ ਯੂ ਕਰਦੇ, ਕਿੱਦਾਂ ਕਰਦੇ ਆ? ਥੈਂਕ ਯੂ ਇੱਦਾਂ ਕਰਦੇ ਕਿਸੇ ਦਾ ਥੈਂਕ ਯੂ ਜੀ? ਦੱਸੋ। ਧੰਨਵਾਦ ਜਦੋਂ ਕਿਸੇ ਦਾ ਕਰਦੇ, ਇੱਦਾਂ ਕਰਦੇ ਕਿਸੇ ਬੰਦੇ ਦਾ? ਇੱਦਾਂ ਕਰਦੇ, ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਰ-ਬਾਰ ਨਹੀਂ ਕਹਿੰਦੇ ਆਪਾਂ, ਕਿੰਨੀ ਵਾਰ ਕਹਿੰਦੇ ਆ? ਫਿਰ ਪ੍ਰਭੂ ਨੂੰ ਕੀ ਲੋੜ ਆ ਬਾਰ-ਬਾਰ ਰਿਪੀਟ ਕਰਦੇ ਰਹਿੰਦੇ ਆਪਾਂ। ਸਾਡਾ ਢੰਗ ਤਰੀਕਾ ਸਹੀ ਹੋਣਾ ਚਾਹੀਦਾ ਆ। ਸਾਡਾ ਤਰੀਕਾ ਕੀ ਹੋਣਾ ਚਾਹੀਦਾ? ਸਹੀ ਹੋਣਾ ਚਾਹੀਦਾ ਪ੍ਰਾਰਥਨਾ ਦਾ। ਹਾਂ, ਤੁਸੀਂ ਪਰਮੇਸ਼ਰ ਦੇ ਕੰਮ ਯਾਦ ਕਰੋ ਕਿ ਪ੍ਰਭੂ ਜੀ, ਤੁਸੀਂ ਮੈਨੂੰ ਰਹਿਣ ਵਾਸਤੇ ਘਰ ਦਿੱਤਾ ਆ, ਤੁਸੀਂ ਮੈਨੂੰ ਪਾਉਣ ਵਾਸਤੇ ਕੱਪੜੇ ਵੀ ਮੁਹੱਈਆ ਕੀਤੇ ਆ, ਤੁਸੀਂ ਮੈਨੂੰ ਚੰਗੇ ਬੱਚਿਆਂ ਦੀ ਆਸ਼ੀਸ਼ ਦਿੱਤੀ ਹੈ, ਤੁਸੀਂ ਮੈਨੂੰ ਚੰਗੇ ਸਮਾਜ ਵਿੱਚ ਰੱਖਿਆ ਆ, ਤੁਸੀਂ ਮੇਰੀ ਅਗਵਾਈ ਕੀਤੀ ਹੈ। ਇੱਕ ਇੱਕ ਉਹਦੀ ਗੱਲ, ਉਹਦੀ ਭਲਾਈ ਨੂੰ ਯਾਦ ਕਰਕੇ ਕਹੋ, ਪ੍ਰਭੂ ਇਹ ਸਾਰੀਆਂ ਗੱਲਾਂ ਲਈ ਮੈਂ ਤੁਹਾਡਾ ਕੀ ਕਰਦਾ ਆ? ਧੰਨਵਾਦ ਕਰਦਾ ਆ। ਹਾਂ, ਗਿਣਤੀ ਕਰਨੇ ਆ ਤੇ ਉਹਦੇ ਕੰਮ ਯਾਦ ਕਰੋ, ਉਹਦੇ ਕੰਮਾਂ ਨੂੰ ਚੇਤੇ ਕਰਕੇ ਉਹਦਾ ਕੀ ਕਰੋ? ਧੰਨਵਾਦ ਕਰੋ। ਤੁਸੀਂ ਕਰ ਸਕਦੇ ਹੋ। ਧੰਨਵਾਦ ਕਰਨ ਦੇ ਵੇਲੇ, ਪ੍ਰਭੂ ਤੂੰ ਮੈਨੂੰ ਘਰ ਦਿੱਤਾ, ਮੈਂ ਇਸ ਕੰਮ ਲਈ ਤੁਹਾਡਾ ਕੀ ਕਰਦਾ? ਧੰਨਵਾਦ। ਤੁਸੀਂ ਮੈਨੂੰ ਚੰਗਾ ਬਿਜ਼ਨਸ ਦਿੱਤਾ, ਪ੍ਰਭੂ ਮੈਂ ਉਹਦੇ ਲਈ ਵੀ ਤੁਹਾਡਾ ਕੀ ਕਰਦਾ? ਧੰਨਵਾਦ। ਤੁਸੀਂ ਮੈਨੂੰ ਚੰਗੀ ਸਿਹਤ ਤੇ ਤੰਦਰੁਸਤੀ ਬਖਸ਼ੀ ਹੈ, ਉਹਦੇ ਲਈ ਵੀ ਮੈਂ ਪਿਆਰੇ ਪ੍ਰਭੂ ਜੀ ਤੁਹਾਡਾ ਕੀ ਕਰਦਾ? ਧੰਨਵਾਦ ਕਰਦਾ ਆ। ਪਰ ਇਹ ਕਿਹੜਾ ਧੰਨਵਾਦ ਹੋਇਆ ਜੀ? ਧੰਨਵਾਦ ਹੈ ਨਾ। ਇਹ ਕੋਈ ਪਰਮੇਸ਼ਰ ਨਾਲ ਗੱਲ ਕਰਨ ਦਾ ਕੋਈ ਤਰੀਕਾ ਨਹੀਂ ਗਾ। ਪਰਮੇਸ਼ਰ ਨਾਲ ਸਾਡਾ ਗੱਲਬਾਤ ਕਰਨ ਦਾ ਇੱਕ ਸਹੀ ਢੰਗ ਤੇ ਤਰੀਕਾ ਵੀ ਹੋਣਾ ਚਾਹੀਦਾ। ਜਦੋਂ ਸਾਡਾ ਇੱਕ ਸਹੀ ਢੰਗ ਤਰੀਕਾ ਹੋਵੇਗਾ ਤੇ ਫਿਰ ਇਹ ਯਾਦ ਰੱਖੋ, ਫਿਰ ਪ੍ਰਾਰਥਨਾ ਪ੍ਰਭੂ ਦੇ ਹਜ਼ੂਰ ਪਹੁੰਚੂਗੀ ਤੇ ਉਹਦੇ ਹਜ਼ੂਰੋਂ ਫਿਰ ਸਾਡੀ ਪ੍ਰਾਰਥਨਾ ਦਾ ਉੱਤਰ ਵੀ ਆਵੇਗਾ। ਜਦੋਂ ਤੂੰ ਪ੍ਰਾਰਥਨਾ ਕਰੇ ਤੇ ਕਪਟੀਆਂ ਵਾਂਗੂ ਨਾ ਕਰ। ਮੈਂ ਦੱਸ ਦਿੱਤਾ ਨਾ ਕਪਟੀਆਂ ਵਾਲੀ ਕਿਹੜੀ ਹੈ ਜੀ। ਪ੍ਰਾਰਥਨਾ ਨਹੀਂ ਸਮਝ ਆਉਂਦੀ ਕੀ ਕਰਦੇ ਪਏ ਆ, ਉਹ ਕੀ ਹੈ? ਕਪਟੀਆਂ ਵਾਂਗੂ ਵੱਖ-ਵੱਖ ਕਲਾਮ ਕਹਿੰਦਾ ਨਾ ਕਰ। ਅੱਗੇ ਕੀ ਲਿਖਿਆ ਜੀ? ਜਾਂ ਤੂੰ ਪ੍ਰਾਰਥਨਾ ਕਰੇ ਤੇ ਆਪਣਾ ਘਰ ਦਾ ਬੂਹਾ ਕੀ ਕਰ ਲੈ? ਬੰਦ ਕਰ, ਤੇਰਾ ਪਿਤਾ ਤੈਨੂੰ ਫਲ ਦਊਗਾ। ਹਾਂਜੀ, ਅੱਗੇ ਪੜੋ। ਜਿਹੜਾ ਪਰਮੇਸ਼ਰ ਤੇਰਾ ਗੁਪਤ ਵਿੱਚ ਤੈਨੂੰ ਦੇਖਦਾ ਆ, ਉਹ ਤੇਰੀ ਕੋਠੜੀ ਵਿੱਚ ਬੈਠੇ ਹੋਈ ਪ੍ਰਾਰਥਨਾ ਦਾ ਵੀ ਤੈਨੂੰ ਕੀ ਦਊਗਾ? ਉੱਤਰ ਦੇਵੇਗਾ। ਹਾਂਜੀ, ਫੇਰ ਕਿਹਾ ਤੁਸੀਂ ਪ੍ਰਾਰਥਨਾ ਕਰਦੇ ਹੋਏ ਪਰਾਈਆਂ ਕੌਮਾਂ ਦੇ ਲੋਕਾਂ ਵਾਂਗ ਕੀ ਨਾ ਕਰੋ? ਬਕ-ਬਕ ਨਾ ਕਰੋ। ਹਾਂਜੀ,
ਉਹ ਲੋਕ ਸੋਚਦੇ ਆ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ। ਸਾਡੇ ਉੱਚੀ ਬੋਲਣ ਦੇ ਨਾਲ ਸਾਡੀ ਕੀ ਕੀਤੀ ਜਾਊਗੀ? ਸੁਣੀ ਜਾਊਗੀ। ਹੁਣ ਪਰਾਈਆਂ ਕੌਮਾਂ ਦਾ ਮਤਲਬ ਇਹ ਨਹੀਂ ਦੂਜੀਆਂ ਕੌਮਾਂ ਦੀ ਗੱਲ। ਇੱਥੇ ਪਰਾਈਆਂ ਕੌਮਾਂ ਉਹ ਨੇ ਜਿਹੜੀਆਂ ਯਿਸੂ ਵਿੱਚ ਤੇ ਆ ਗਈਆਂ ਆ, ਯਿਸੂ ਨੂੰ ਮੰਨਦੀਆਂ, ਪਰ ਯਿਸੂ ਦੇ ਵਚਨ ਦੇ ਅਨੁਸਾਰ ਪ੍ਰਾਰਥਨਾ ਨਹੀਂ ਕਰਦੇ। ਬਕ ਕਰਕੇ ਜਿਹੜੇ ਪ੍ਰਾਰਥਨਾ ਕਰਦੇ ਆ, ਉਹ ਅੱਜ ਵੀ ਸਾਡੇ ਲਈ ਪਰਾਈਆਂ ਕੌਮਾਂ ਦੇ ਬਰਾਬਰ ਹੈ। ਅੱਜ ਵੀ ਕਿਹੜੇ ਲੋਕ ਆ? ਉਹ ਪਰਾਈਆਂ ਕੌਮਾਂ ਦੇ ਬਰਾਬਰ ਹੈ। ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਆ ਵੀ ਤੂੰ ਪਰਾਈਆਂ ਕੌਮਾਂ ਵਾਂਗ ਕੀ ਨਾ ਕਰ, ਬਕ ਨਾ ਕਰ। ਅੱਗੇ ਪੜੋ। ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ, ਉਹਨਾਂ ਵਰਗੇ ਨਾ ਬਣੋ, ਕਿਉਂ ਜੋ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ। ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਕੀ ਕਰਦਾ ਆ? ਜਾਣਦਾ ਆ। ਭਈ ਤੁਹਾਨੂੰ ਕਿੰਨਾ ਵਸਤੂਆਂ ਦੀ ਲੋੜ ਹੈ। ਹਾਂ, ਜ਼ਿਆਦਾ ਪ੍ਰਭੂ ਕਹਿੰਦਾ ਰੋਲਾ ਪਾਉਣ ਦੀ ਲੋੜ ਨਹੀਂ ਹੈ ਮੇਰੇ ਅੱਗੇ, ਮੈਂ ਜਾਣਦਾ ਤੁਹਾਨੂੰ। ਪਹਿਲੇ ਹੀ ਮੈਨੂੰ ਪਤਾ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਤੁਹਾਡੇ ਅੰਦਰ ਕੀ ਕਮੀ ਹੈ। ਪਰ ਇਹ ਆ, ਉਹਨੂੰ ਜਾਣਦਾ ਤਾਂ ਹੈ, ਪਰ ਉਹ ਕਹਿੰਦਾ ਆ ਵੀ ਮੇਰਾ ਬੰਦਾ ਪ੍ਰਾਰਥਨਾ ਤੇ ਬੈਠੇ, ਮੇਰਾ ਬੰਦਾ ਮੇਰੇ ਨਾਲ ਇੱਕ ਰਿਸ਼ਤਾ ਕਾਇਮ ਕਰੇ, ਮੇਰਾ ਬੰਦਾ ਦੁਆ ਵਿੱਚ ਬਹਿ ਕੇ ਮੇਰੀ ਬੰਦਗੀ ਕਰੇ। ਉਹ ਕਹਿੰਦਾ ਆ ਤਾਂ ਫਿਰ ਕੀ ਹੋਊਗਾ? ਕਹਿੰਦਾ ਮੈਂ ਤੇਰੀ ਪ੍ਰਾਰਥਨਾ ਦਾ ਤੈਨੂੰ ਕੀ ਦੇਵਾਂਗਾ? ਉੱਤਰ ਵੀ ਦੇ ਦੇਵਾਂਗਾ। ਇਸ ਲਈ ਮੇਰੇ ਭਾਈ ਭੈਣੋ, ਮੈਂ ਅੱਜ ਇਸ ਵਚਨ ਦੇ ਵਸੀਲੇ ਦੇ ਨਾਲ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਸਾਡੀ ਦੁਆ ਕਿੱਦਾਂ ਦੀ ਹੋਣੀ ਚਾਹੀਦੀ ਆ, ਢੰਗ ਤਰੀਕੇ ਵਾਲੀ। ਵਚਨ 'ਚ ਕਿਤੇ ਲਿਖਿਆ ਤੁਸੀਂ ਰੋਲਾ ਪਾ ਕੇ ਕਰੋ, ਹੈ ਨਾ? ਫਿਰ ਮੇਰੇ ਖਿਆਲ ਦੇ ਨਾਲ ਕਈ ਲੋਕਾਂ ਦੇ ਮਨ 'ਚ ਇਹ ਵੀ ਸਵਾਲ ਆਊਗਾ, ਸ਼ਾਇਦ ਜਿਹੜੀ ਵੀਡੀਓ ਜਾ ਰਹੀ ਹੈ, ਕਈ ਲੋਕ ਇਹ ਵੀ ਕਹਿਣਗੇ ਵੀ ਯਸ਼ਾਇਆ ਨਬੀ ਦੇ ਵਿੱਚ ਲਿਖਿਆ ਸੰਗ ਅੱਡ ਤੇ ਪੁਕਾਰ ਤੇ ਸਰਫਾ ਨਾ ਕਰ। ਤੇ ਹੁਣ ਪਾਦਰੀ ਸਾਹਿਬ ਜੀ ਇਹ ਵਚਨ ਦਾ ਜਵਾਬ ਦਿਓ, ਸੰਗ ਅੱਡ ਤੇ ਪੁਕਾਰ ਤੇ ਸਰਫਾ ਨਾ ਕਰ। ਜਦੋਂ ਤੂੰ ਪਰਸਨਲੀ ਪ੍ਰਾਰਥਨਾ ਕਰਦਾ ਤੈਨੂੰ ਰੋਲਾ ਪਾਉਣ ਦੀ ਲੋੜ ਨਹੀਂ। ਜਦ ਤੂੰ ਮੰਡਲੀ ਵਿੱਚ ਕਰਦਾ ਆ, ਉਦੋਂ ਤੂੰ ਆਪਣੇ ਜੋਸ਼ ਨਾਲ, ਆਪਣੇ ਬਲ ਨਾਲ, ਆਪਣੀ ਸ਼ਕਤੀ ਨਾਲ, ਆਪਣੇ ਜ਼ੋਰ ਨਾਲ ਉਹਦੀ ਮਹਿਮਾ ਕਰ ਸਕਦਾ ਆ। ਦੋ ਤਰ੍ਹਾਂ ਦੀਆਂ ਤਰੀਕੇ। ਜਦ ਤੇਰੀ ਗੁਪਤ ਪ੍ਰਾਰਥਨਾ ਉਹਦੇ ਅੱਗੇ ਨਾ ਸੰਗ ਅੱਡ, ਉੱਥੇ ਨਾ ਤੂੰ ਚੀਕਾਂ ਮਾਰ, ਉੱਥੇ ਨਾ ਤੂੰ ਚਲਾ, ਉੱਥੇ ਤੂੰ ਬਕ ਨਾ ਕਰ। ਤੇਰਾ ਪਰਮੇਸ਼ਰ ਗੁਪਤ ਵਿੱਚ ਹੀ ਤੈਨੂੰ ਜਾਣਦਾ ਆ। ਜਦ ਤੂੰ ਮੰਡਲੀ ਵਿੱਚ ਹੈ ਤੇ ਉੱਥੇ ਫਿਰ ਸੁਸਤੀ ਵੀ ਪਾ ਕੇ ਨਾ ਰੱਖ। ਮੰਡਲੀ ਵਿੱਚ ਕੀ ਨਾ ਕਰ, ਹੈ ਨਾ? ਫਿਰ ਮੰਡਲੀ ਵਿੱਚ ਤਾਂ ਜੋਸ਼ ਨਾਲ ਕਰ ਤੂੰ ਪਰਮੇਸ਼ਰ ਦੀ ਉਪਾਸਨਾ। ਇੰਨੇ ਵੀ ਜੋਸ਼ ਨਾਲ ਨਾ ਕਰਿਓ ਵੀ ਹੋਸ਼ ਖਤਮ ਕਰ ਦਿਓ, ਹੈ ਨਾ? ਕਈ ਜੋਸ਼ ਨਾਲ ਕਰਦੇ ਆ, ਪਰ ਉਹਦੇ ਨਾਲ ਹੋਸ਼ ਕੀ ਕਰ ਦਿੰਦੇ ਆ? ਖਤਮ ਕਰ ਦਿੰਦੇ। ਕਈ ਇੱਦਾਂ ਕਰਦੇ ਆ, ਬਾਈਬਲਾਂ ਵੀ ਪੈਰਾਂ ਵਿੱਚ ਰੋਲਦੀਆਂ, ਸਿਰ ਤੋਂ ਚੁੰਨੀਆਂ ਵੀ ਲੱਥ ਜਾਂਦੀਆਂ, ਪਤਾ ਨਹੀਂ ਹੁੰਦਾ ਆ ਵੀ ਕਈਆਂ ਦੇ ਬੱਚੇ ਵੀ ਥੱਲੇ ਰੋਂਦ ਦਿੰਦੇ ਆ, ਹੈ ਨਾ? ਉਹ ਕਿਹੜੀ ਦੁਆ ਜੀ, ਉਹ ਕਿਹੜਾ ਪਵਿੱਤਰ ਆਤਮਾ ਜਿਹੜਾ ਬੱਚਿਆਂ ਨੂੰ ਵੀ ਥੱਲੇ ਕੁਚਲ ਜਾਂਦਾ ਆ, ਹੈ? ਜਿਹੜਾ ਸਿਰ ਤੋਂ ਚੁੰਨੀ ਲਾ ਦਿੰਦਾ ਆ। ਇੱਕ ਪਾਸੇ ਪਵਿੱਤਰ ਆਤਮਾ ਦੇ ਦੁਆਰਾ ਜਿਹੜੀ ਲਿਖਤ ਲਿਖੀ, ਉਹ ਕਹਿੰਦੇ ਸਿਰ ਢੱਕ ਕੇ ਰੱਖਣਾ, ਦੂਜੇ ਪਾਸੇ ਉਹੀ ਪਵਿੱਤਰ ਆਤਮਾ ਚੁੰਨੀ ਲਾ ਦੇ। ਇਹਦਾ ਹੋ ਸਕਦਾ? ਨਹੀਂ ਹੋ ਸਕਦਾ। ਪਰਮੇਸ਼ਰ ਦਾ ਕਲਾਮ, ਪਰਮੇਸ਼ਰ ਦੀ ਬਾਣੀ ਸਾਨੂੰ ਦੱਸਦੀ ਹੈ ਜੋਸ਼ ਨਾਲ ਕਰ, ਤਾਲੀ ਵਜਾ ਉਹਦੀ, ਪਰ ਏਦਾਂ ਨਾ ਕਰ ਵੀ ਜਿੱਦਾਂ ਤੇਰੇ ਵਿੱਚ ਭ੍ਰਿਸ਼ਟ ਆਤਮਾ ਹੀ ਆ ਗਿਆ ਹੁੰਦਾ। ਹੌਲੀ ਸਪਿਰਿਟ ਦੇ ਇਹ ਨਿਸ਼ਾਨੀਆਂ ਨਹੀਂ ਆ, ਪਵਿੱਤਰ ਆਤਮਾ ਦੀਆਂ ਨਿਸ਼ਾਨੀਆਂ ਨਹੀਂ ਆ, ਪਵਿੱਤਰ ਆਤਮਾ ਦੀਆਂ ਨਿਸ਼ਾਨੀਆਂ ਨਹੀਂ ਹੈਗੀਆਂ। ਪਵਿੱਤਰ ਆਤਮਾ ਜਿਹੜਾ ਮਨ ਦੇ ਅੰਦਰ ਸ਼ਾਂਤੀ ਦਿੰਦਾ ਆ, ਪਵਿੱਤਰ ਆਤਮਾ ਸਾਨੂੰ ਗਾਈਡ ਕਰਦਾ ਆ, ਪਵਿੱਤਰ ਆਤਮਾ ਸਾਡੀ ਕੀ ਕਰਦਾ? ਅਗਵਾਈ ਕਰਦਾ ਆ। ਪਵਿੱਤਰ ਆਤਮਾ ਕੀ ਕਰਦਾ? ਸਾਡੀ ਅਗਵਾਈ ਕਰਦਾ, ਸਾਨੂੰ ਦੱਸਦਾ ਵੀ ਤੇਰੇ ਪੈਰਾਂ ਥੱਲੇ ਬਾਈਬਲ ਹੈ, ਇੱਥੇ ਪੈਰ ਨਾ ਰੱਖ ਦੇਈਂ। ਤੇਰੇ ਲਾਗੇ ਕੋਈ ਬੱਚਾ ਵੀ ਬੈਠਾ, ਉਹਦੇ ਤੇ ਪੈਰ ਨਾ ਰੱਖ ਦੀ। ਪਵਿੱਤਰ ਆਤਮਾ ਸਾਨੂੰ ਸਮਝ ਦਿੰਦਾ ਆ, ਅਕਲ ਦਿੰਦਾ ਆ। ਪਰ ਅੱਜ ਕੀ ਬਣ ਜਾਂਦਾ? ਤਮਾਸ਼ਾ। ਇੱਦਾਂ ਹੀ ਹੈ ਨਾ ਜੀ, ਅੱਜ ਕੀ ਬਣਦਾ ਪਿਆ? ਤਮਾਸ਼ਾ। ਬੜੀਆਂ ਜਗ੍ਹਾਵਾਂ 'ਤੇ ਇੱਦਾਂ ਹੁੰਦਾ। ਉਹ ਤਮਾਸ਼ਾ ਕਲਾਮ 'ਚ ਲਿਖਿਆ ਪਰਮੇਸ਼ਰ ਦਾ ਆਤਮਾ ਸ਼ਾਂਤੀ ਦਾ ਆ, ਨਾ ਕਿ ਕਸਮਾਨ ਦਾ। ਕਸਮਾਨ ਸਮਝਦੇ?
ਜਦੋਂ ਕਿਸੇ ਦੀ ਕੋਈ ਸਮਝ जो किसी की कोई समझ ना लगे उन्होंने की कहने इन्होंने की कसमान पाया होया है। ये परमेश्वर दा आत्मा नहीं कसमान दा, परमेश्वर दा आत्मा शांति दा, परमेश्वर दा आत्मा दी गल समझ आती है। बहुते ये भी कहते अन्य भाषा च प्रार्थना करो, शैतान नूं समझ नहीं आती। अन्य भाषा विच की करो, प्रार्थना करो, शैतान नूं समझ नहीं आती। लिखा किते कलाम च, शैतान नूं समझ नहीं आती। बाइबल च किते लिखिया भी अन्य भाषा च प्रार्थना करने वाले दी प्रार्थना शैतान नूं समझ नहीं आती। हुण ध्यान दो, दुनिया दियां सारियां भाषा शैतान जानदा हैगा जी। चाहे इंडिया होवे, चाहे अमेरिका होवे, चाहे केरला होवे, कित्थे मर्जी चल जाओ, हर जगह की भाषा शैतान नूं आउंदी है। रही गल स्वर्गीय भाषा की, कहते स्वर्गीय भाषा है जी ये अन्य भाषा है ना। स्वर्गीय भाषा तो अन्य भाषा च बड़ा फर्क है। स्वर्गीय भाषा वो है जिहड़ी स्वर्गदूत बोलते आ, अन्य भाषा वो है जिहड़ी सानू मिलती है। मान लो हैगा मैं पंजाब दा ते मैनू केरला की तामिल प्रभु ने वरदान दिता कि मैं वो सीख लई, मैनू वो शक्ति दिती कि मैं उत्थे गया, पवित्र आत्मा की सामर्थ उतरी और मैनू उस जगह ते अन्य भाषा दे विच, मतलब मेरे लिए अन्य भाषा ही आ केरला वाली है ना, वो समझ नहीं आती। तो मैं उत्थे बोलिया तो उन्होंने लोगों को की आनी शुरू हो गई, समझ आनी शुरू हो गई। पतरस ने जदों प्रचार किया, पहली बारी प्रचार किया, पवित्र आत्मा जदों उतरिया और चेले पवित्र आत्मा च जदों भर गए, कलाम दे विच लिखा जदों वो अलग अलग बोलियां बोलन लगे, बड़े थावां तो लोग फारसी, आरामी और उस जगह ते इतानियल दे लोग और अलग अलग एशिया महादीप यूरोप कंट्रियां दे लोग उस जगह ते पहुंचे हुए सीगे जरूशलम दे विच। जदों पवित्र आत्मा उस जगह ते उतरिया, चेले अन्य भाषा विच प्रार्थना करदे आ ते एक एक नूं अपने मुल्क दी भाषा समझ आउण लग पई। अरबी लोकां नूं अरबी दे विच समझ आ रही सी, पतरस अरबी विच प्रार्थना करदा रहा, फिलिपुस जिहड़ा आरामी विच प्रार्थना कर रहा आ। मतलब जिहड़े जिन्नियां भाषा दे लोग उत्थे इकट्ठे होए सी, उन्हां सारे लोकां नूं अपनी अपनी भाषा समझ आ रही सीगी, पर वो चेलियां लई की सीगी अन्य भाषा। ते अज मैनू ये दस दो, जिन्ने चर्चा विच अज ज़्यादा करके मैनू, मैं कहना 90% जिहड़ी बोली जाती है झूठी है। 90% जिहड़ी अन्य भाषा बोली जाती वो की है, झूठी है। वो क्यों? सारिਆਂ ने एक दूजे तो रट्टा लाया होया, रट्टे वाली बोली जाते हैं। मैं दसी सी एक बार गल, एक पादरी साहब आए साडे घरे, सानू कहते पादरी साहब जी तुसी इदां दुआ करियो करो अन्य भाषा दे लई। मैं कहा भी ये एक परमेश्वर दा दात है, परमेश्वर दा वरदान है जिहड़ा सब नूं नहीं, किसे नूं अन्य भाषा बोलण दा, किसे नूं उहदा अर्थ करन दा, किसे नूं कुछ। कहंदे नहीं तुसी बोलियो करो। ते वो की कहंदा, कहंदा तुसी इदां बोलणे जी लफज, मैं तुहानू 2-4 लफज दिन्ना, तुसी बोलणे इदां है ना। लफज किहड़े सीगे ਜਿਹੜੇ बोलते हैं री खाबा बाबा, री दारा बा, रिंदा राबा, ये वाले लफ्ज की करने तुसी बोलने हैं। ये की है? रट्टे आ। ये परमेश्वर की भाषा नहीं गई, ये पवित्र आत्मा का गिफ्ट नहीं है। दुष्ट आत्मा, भ्रिष्ट आत्मा काम करता पिया, जिहड़ा हर एक नूं रट्टा लवा रहा है। की करता पिया? एक दूजे तो रट्टा लाई जाते आ। अन्य भाषा के उत्ते मैं कोशिश करांगा अगले हफ्ते तुहानू बाइबल दे विचों दसांगा अन्य भाषा की है, अन्य भाषा कितनी जरूरी है तो कितनी नहीं जरूरी। मैं नहीं मुकरदा नहीं भी अन्य भाषा नहीं हैगी, बाइबल च लिखा जे अन्य भाषा कोई बोलदा तो वह अर्थ करने वाला भी होना चाहिए आ। ये ना बोली जाओ। कलाम च लिखा जे कोई चर्च दे विच अन्य चाहिए, पर अज तो चर्च ही भरे हुए अन्य भाषावां दे नाल, फिर अर्थ करने वाला उत्थां च किहड़ा आ? कोई भी है नहीं है। फिर इसदा मतलब कलाम के अनुसार, वो वचन के अनुसार नहीं हैगी। कलाम च लिखा जो तुसी सारे अन्य भाषा बोलोगे, कोई पराया बंदा तुहाडे विच। और इसलिए मैं दसना चाहुंदा आ कि परमेश्वर का कलाम
परमेश्वर की बाणी, परमेश्वर का हौली वचन, परमेश्वर का सच्चा वचन सानू यही दसदा आ कि असी अपने जीवन दे विच सही ढंग की की करिए, प्रार्थना करिए। किहड़ी प्रार्थना करिए जी? सही ढंग की। शैतान हर अन्य भाषा नूं भी जानदा आ। जे सुरगी बोली दी करिए तो सुरगी बोली भी जानदा। कित्थों आया वो? आया कित्थों जी शैतान? सुरग चों। जे सुरग चों आया तो उन्होंने उत्थे दी बोली नहीं पता, वो जानदा। तुसी शैतान तो कोई गल लुका नहीं सकदे। तुहाडे मूँह दी एक एक गल जानदा शैतान, जिहड़ी तुसी बोलदे हो। हाँ, तुहानू बचाऊगी शैतान दे कोलों तुहाडी पवित्रता ही, तुहानू बचाऊगी शैतान दे कोलों तुहाडी नेकी, तुहानू बचाएगी शैतान दे कोलों तुहाडी प्रेयर, तुहानू बचाएगी शैतान दे कोलों तुहाडे अंदर सच्चा आत्मा परमेश्वर दा, ओहदे छल छिद्रां तो। कौन बचा सकता जी? परमेश्वर दा कलाम, परमेश्वर दा वचन। इसलिए मैं ये गल्लां तुहाडे नाल अज तां कीतियां कि तुसीं की करो, सही ढंग की प्रार्थना करने वाले बनो। चेलियां ने पूछा प्रभु जी सानू फिर प्रार्थना करनी सिखाओ, भी प्रार्थना किद्दां करिए? तो यीशु मसीह ने किद्दां कही? किद्दां करियो? धन्नवाद 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 वाली। केड़ी प्रार्थना कही? अगे पढ़ो की क्या चेलियां ने पूछा प्रभु तो। प्रभु ने कहा जदों तुसीं प्रार्थना करो तो इस ढंग नाल प्रार्थना करो, हे साडे पिता जेड़ा स्वर्ग विच है, तेरा नाम पाक मन्निया जावे, तेरा राज आवे, तेरी मर्जी जिवें स्वर्ग विच पूरी हुंदी है धरती उत्ते भी इसे तरह होवे। साडे रोज़ दी रोटी अज सानू दिओ, साडे कर्ज सानू माफ़ करो जिद्दां असीं भी अपने करजाइयां नू माफ़ कीता। सानू परीक्षा विच ना लैके आओ, सगों बुराई तो बचाओ। ये प्रेर दित्ती सानू। हे साडे पिता जिहड़ा स्वर्ग विच है, तुहाडा नाम की मन्निया जावे। भाव इस स्टैप दिते सानू प्रेर करन दे। की दिते आ? जदों स्टार्टिंग करदे हो प्रेर, जिहड़ा स्वर्ग दा पिता ओहदी की करो? महिमा करो। पहला की करो? तेरा नाम की मन्निया जावे, पाक मन्निया जावे। पहले नंबर ते साडा फर्ज बनदा अपनी प्रार्थना दे राही उस पिता परमेश्वर दा धन्नवाद करो, ओहदी महिमा करो, ओहदे नाम दी प्रशंसा करो। जिद्दां दूत कहंदे पवित्र 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 सैना दा यहोवा पवित्र। हालेलुया। फिर अगली गल की कही? तेरा नाम पाक मन्निया जावे, तेरा राज आवे। प्रभु मेरी जिंदगी विच तेरा राज आवे, मेरी जिंदगी उत्ते तेरा वस होवे, मेरे जिस्म उत्ते मेरी मर्जी नहीं, मेरी जिंदगी विच की होवे? तेरी मर्जी पूरी हो। ये प्रार्थना करन दा एक फार्मूला परमेश्वर ने सानू दिता। मैथ दे विच मैथ दा टीचर कहंदा हुंदा सी सानू, पता नहीं तुहानू कहंदा सी कि नहीं कहंदा सी, सानू कहंदा सी भी तुहानू फार्मूला होना चाहिए। जे फार्मूला आ गया तो तुसी सारे सवाल की कर जाने, हल कर जाने। तो जे फार्मूला नहीं आया तो कोई सवाल हल होना। यीशु मसीह ने प्रार्थना करन दा फार्मूला दिता। इत्थे ये जिहड़ी प्रभु वाली प्रार्थना असीं करदे लास्ट दे विच एक फार्मूला साडे लई, एक प्रार्थना करन दा ढांचा आ जिहदे राही असीं एक सही प्रार्थना करनी सीख सकदे हां। ये ढांचे तो बाहर है जी। धन्नवाद 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 वाली ये ढांचे तो की है? ये ढांचे तो बाहर है। जिद्दां कहंदे नहीं बंदा सुर तो बाहर हो गया, ये समझ लो प्रभु दे वचन तो बाहर हो के करने वाली गल है। हर गल वचन के अनुसार होनी चाहिए है। सो अज मैं यही कहना चाहना भी जो नीनवा के लोगों ने दुआ की सही तरीके नाल परमेश्वर ने की कर दिता, उन्होंने माफ नाश नहीं किया। इदां ही जो सही प्रार्थना कर देंगे तो फिर परमेश्वर साड़ी सुनेगा, परमेश्वर सानू नाश होण नहीं दूगा, साड़ी दुआ का उत्तर सानू बख्शेगा। सो परमेश्वर
ਇਹਨਾਂ ਚੰਦ ਵਚਨਾਂ ਦੇ ਨਾਲ ਤੁਹਾਨੂੰ ਆਸ਼ੀਸ਼ ਦੇਵੇ ਔਰ ਬਰਕਤ ਦੇ। ਸਭ ਨੂੰ ਸਾਡੇ ਵੱਲੋਂ ਫਿਰ ਇੱਕ ਵਾਰ ਸਲਾਮ।